ਤੇ ਜਦੋਂ ਜਨਤਾ ਨੂੰ ਆਪਣੇ ਕੰਮਾਂ ਲਈ ਇਨਸਾਫ ਲੈਣ ਲਈ ਸੜਕਾਂ ਤੇ ਉਤਰਨਾ ਪਵੇ, ਕੈਂਡਲ ਮਾਰਚ ਕੱਢਣੇ ਪੈਣ, ਤੇ ਫਿਰ ਇਹ ਸਮਝ ਲੈਣਾ ਚਾਹੀਦਾ ਕਿ ਸੂਬੇ 'ਚ ਦੇਸ਼ 'ਚ ਕਿਤੇ ਵੀ ਜਿਹੜੀ ਕਾਨੂੰਨ ਵਿਵਸਥਾ ਉਹ ਠੀਕ ਨਹੀਂ ਚੱਲ ਰਹੀ। ਮੇਰਾ ਸਰਕਾਰ ਨੂੰ, ਜਲੰਧਰ ਦੇ ਕਮਿਸ਼ਨਰ ਨੂੰ, ਪੰਜਾਬ ਦੇ ਡੀਜੀਪੀ ਨੂੰ ਇੱਕ ਸਵਾਲ ਜ਼ਰੂਰ ਹੈ ਕਿ ਜੇ ਉਹ ਬੰਦਾ ਐਡਾ ਹੀ ਦਾਗੀ ਸੀਗਾ, 5 ਵਾਰੀ ਉਹ ਅੱਗੇ ਸਸਪੈਂਡ ਹੋਇਆ, ਫਿਰ ਕੀ ਮਜਬੂਰੀ ਬਣਦੀ ਹੈ ਕਿ ਇਹੋ ਜਿਹੇ ਲੋਕਾਂ ਨੂੰ ਥਾਣੇ ਦੇਣ ਦੀ, ਇਹੋ ਜਿਹੇ ਲੋਕਾਂ ਨੂੰ ਲੋਕਾਂ ਦੇ ਉੱਤੇ ਰਾਜ ਕਰਨ ਦੀ, ਇਹੋ ਜਿਹੇ ਲੋਕਾਂ ਦੀ ਤੁਸੀਂ ਡਿਊਟੀ ਲਾ ਦਿੰਦੇ ਹੋ ਲੋਕਾਂ ਨੂੰ ਇਨਸਾਫ ਦੇਣ ਲਈ। कि हुआ अपहरण कानून का पूरी जनता मौन, कोहरा थानेदार है रपट लिखाएगा कौन। ਜਿਹੜੇ ਜਿਹੜੇ ਅਫਸਰ ਨੇ ਵੀ ਉਹਨੂੰ ਸ਼ੈਲਟਰ ਕੀਤਾ, ਚਾਹੇ ਉਹ ਡੀਸੀਪੀ ਹੈ, ਚਾਹੇ ਉਹ ਡੀਐਸਪੀ ਹੈ, ਚਾਹੇ ਉਹ ਕਮਿਸ਼ਨਰ ਹੈ, ਚਾਹੇ ਉਹ ਕਿਸੇ ਲੈਵਲ ਦਾ ਵੀ ਹੈ, ਉਹਨੂੰ ਵੀ ਨਾਲ ਉਨੀ ਸਜ਼ਾ ਦਿੱਤੀ ਜਾਵੇ ਜਿਹੜੇ 17 ਦਿਨ ਤੋਂ ਅੱਜ 18 ਦਿਨ ਤੋਂ ਖੱਜਲ ਹੋ ਰਹੇ ਆ। ਦੋਸਤੋ, ਇਹ ਜਿਹੜੇ ਸਰਕਾਰੀ ਨੌਕਰੀ ਤੇ ਲੋਕ ਹੁੰਦੇ ਆ, ਚਾਹੇ ਉਹ ਉੱਚੇ ਲੈਵਲ ਦੇ ਆ, ਚਾਹੇ ਉਹ ਥੱਲੜੇ ਲੈਵਲ ਦੇ ਆ, ਤੇ ਉਹਨਾਂ ਦੇ ਨਾਲ ਜਿਹੜੇ ਸੱਤਾਧਾਰੀ ਹੁੰਦੇ ਆ, ਚਾਹੇ ਉਹਦੇ 'ਚ ਮੁੱਖ ਮੰਤਰੀ ਆ, ਚਾਹੇ ਉਹਦੇ 'ਚ ਐਮਐਲਏ ਆ, ਚਾਹੇ ਉਹਦੇ 'ਚ ਮੰਤਰੀ ਆ, ਇਹਨਾਂ ਲੋਕਾਂ ਨੂੰ ਲੋਕਾਂ ਦੇ ਦਿੱਤੇ ਟੈਕਸ ਦੇ ਨਾਲ ਤਨਖਾਹ ਮਿਲਦੀ ਹੈ। ਲੋਕਾਂ ਦੇ ਦਿੱਤੇ ਕਮਾਈ ਦੇ ਨਾਲ, ਲੋਕਾਂ ਦੇ ਦਿੱਤੇ ਟੈਕਸ ਦੇ ਨਾਲ ਇਹ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ, ਬੱਚਿਆਂ ਦੀ ਪੜ੍ਹਾਈ ਤੇ ਬੱਚਿਆਂ ਦਾ ਭਵਿੱਖ ਜਿਹੜਾ ਸੈੱਟ ਕਰਦੇ ਆ। ਰੋਜੀ ਰੋਟੀ ਜੇ ਕਹਿ ਲਿਆ ਜਾਵੇ ਤੇ ਇੱਥੋਂ ਇਹਨਾਂ ਦੀ ਚੱਲਦੀ ਹੈ ਜਨਤਾ ਦੇ ਸਿਰ ਤੇ। ਤੇ ਜਦੋਂ ਜਨਤਾ ਨੂੰ ਆਪਣੇ ਕੰਮਾਂ ਲਈ ਇਨਸਾਫ ਲੈਣ ਲਈ ਸੜਕਾਂ ਤੇ ਉਤਰਨਾ ਪਵੇ, ਕੈਂਡਲ ਮਾਰਚ ਕੱਢਣੇ ਪੈਣ, ਤੇ ਫਿਰ ਇਹ ਸਮਝ ਲੈਣਾ ਚਾਹੀਦਾ ਕਿ ਸੂਬੇ 'ਚ ਦੇਸ਼ 'ਚ ਕਿਤੇ ਵੀ ਜਿਹੜੀ ਕਾਨੂੰਨ ਵਿਵਸਥਾ ਉਹ ਠੀਕ ਨਹੀਂ ਚੱਲ ਰਹੀ। ਔਰ ਮੈਂ ਤੁਹਾਨੂੰ ਯਾਦ ਦਿਵਾਉਣ ਲੱਗਾ ਕਿ ਅੱਜ ਤੋਂ 4-5 ਦਿਨ ਪਹਿਲਾਂ ਵੀ ਮੈਂ ਜਲੰਧਰ ਦੇ ਵਿੱਚ ਗਿਆ ਸੀਗਾ, ਜਿੱਥੇ ਇੱਕ ਪਰਿਵਾਰ ਦੇ 2 ਬੱਚਿਆਂ ਨੇ, ਜਵਾਨ ਬੱਚਿਆਂ ਨੇ, ਇੱਕ 40 ਸਾਲ ਦਾ, ਇੱਕ 36 ਸਾਲ ਦਾ, ਉਹਨਾਂ ਨੇ ਇੱਕ SHO ਨਵਦੀਪ ਜਿਹੜਾ ਜਲੰਧਰ 'ਚ ਲੱਗਾ ਸੀ, ਜਿਹੜਾ ਅੱਗੇ ਵੀ ਕਈ ਵਾਰੀ ਸਸਪੈਂਡ ਹੋਇਆ, ਔਰ ਕਈ ਉਹਦੀਆਂ ਜਿਹੜੀਆਂ ਕ੍ਰਿਤੀਆਂ ਸਾਹਮਣੇ ਆਈਆਂ ਸੀਗੀਆਂ, ਕਦੀ ਕੋਵਿਡ ਦੇ ਵਿੱਚ ਲੋਕਾਂ ਦੀਆਂ ਰੇਹੜੀਆਂ ਨੂੰ ਲੱਤਾਂ ਮਾਰ ਰਿਹਾ, ਉਹਦੇ ਦੁੱਖੋਂ ਉਹਨਾਂ ਨੇ ਦਰਿਆ 'ਚ ਛਾਲ ਮਾਰ ਦਿੱਤੀ ਸੀ। ਇੱਕ ਭਰਾ ਨੇ ਦੁਖੀ ਹੋ ਕੇ ਮਾਰੀ, ਦੂਜੇ ਨੇ ਉਹਨੂੰ ਬਚਾਉਣ ਲਈ ਛਾਲ ਮਾਰੀ, ਔਰ ਦੋਵਾਂ ਦਾ ਹੀ ਅੱਜ 17 ਅਗਸਤ ਤੋਂ ਕੁਝ ਵੀ ਪਤਾ ਨਹੀਂ ਸੀ ਲੱਗ ਰਿਹਾ। ਔਰ ਉਸ ਪਰਿਵਾਰ ਦਾ ਮਜ਼ਾਕ ਕਿਵੇਂ ਡਾਇਆ ਗਿਆ, ਸਾਰੇ ਪੁਲਿਸ ਪ੍ਰਸ਼ਾਸਨ ਵੱਲੋਂ, SHO ਤੋਂ ਲੈ ਕੇ ਕਮਿਸ਼ਨਰ ਤੱਕ, ਸਾਰਿਆਂ ਨੇ ਉਹਨਾਂ ਦੇ ਨਾਲ ਭੱਦੇ ਮਜ਼ਾਕ ਕਿਵੇਂ ਕੀਤੇ। ਕਦੀ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਮੁੰਡੇ ਤੁਹਾਡੇ ਜੀਂਦੇ ਨੇ, ਜੇ ਇੱਕ ਛੋਟੇ ਬੱਚੇ ਦੇ ਇਲਾਜ ਕਮਿਸ਼ਨਰ ਜਲੰਧਰ ਨੂੰ ਮਿਲਣ ਜਾਂਦੇ ਨੇ ਤੇ ਉਹ ਕਹਿੰਦੇ ਬੱਚੇ ਤੁਹਾਡੇ ਮਰੇ ਨਹੀਂ, ਉਹ ਦਰਿਆ ਦੇ ਵਿੱਚ ਉਹਨਾਂ ਛਾਲ ਨਹੀਂ ਮਾਰੀ, ਉਹ ਜੀਂਦੇ ਨੇ। ਕਦੀ ਉਹਨਾਂ ਨੂੰ ਇਹ ਕਹਿ ਕੇ ਕਿ ਇੱਕ ਬੱਚੇ ਦਾ ਫੋਨ ਜਿਹੜਾ ਉਹ 8 ਸੈਕਿੰਡ ਲਈ ਔਨ ਹੋਇਆ। ਹੁਣ ਮੈਂ ਪੁੱਛਣਾ ਚਾਹੁੰਦਾ ਕਿ ਜੇ ਕਿਸੇ ਨੇ ਦਰਿਆ 'ਚ ਛਾਲ ਮਾਰ ਦਿੱਤੀ, ਜੇ ਕਿਸੇ ਦਾ ਐਕਸੀਡੈਂਟ ਹੋ ਗਿਆ, ਉਹਦਾ ਕਿਸੇ ਨੇ ਫੋਨ ਚੁੱਕ ਲਿਆ, ਤੇ ਸਾਰੀ ਦੁਨੀਆ ਨੂੰ ਪਤਾ ਵੀ ਫੋਨ ਜਿਹੜਾ ਵਾ ਉਹ ਲੌਕ ਵੀ ਔਨ ਹੋ ਜਾਂਦਾ ਵਾ। ਕਦੀ SHO ਵੱਲੋਂ ਮਜ਼ਾਕ ਉਡਾਇਆ ਗਿਆ ਕਿ ਇਹਨਾਂ ਨੇ ਕਰਜ਼ਾ ਬੜਾ ਦੇਣਾ ਹੋਊਗਾ ਤਾਂ ਗਾਇਬ ਹੋ ਗਏ। ਮੈਂ ਉਦੋਂ ਵੀ ਇੱਕ ਸਵਾਲ ਕੀਤਾ ਸੀਗਾ ਕਿ ਇਹਨਾਂ ਦਾ ਚੰਗਾ ਭਲਾ ਕਾਰੋਬਾਰ ਹੈ, ਇਹਨਾਂ ਦਾ ਹਸਪਤਾਲ ਹੈ, ਇਹਨਾਂ ਦਾ ਸਕੂਲ ਹੈ, ਇਹਨਾਂ ਦੇ ਬਾਗ ਹੈ, ਇਹਨਾਂ ਦਾ ਛੋਟਾ ਇੱਕ ਜਿਹਨੂੰ ਤੁਸੀਂ ਕਹਿ ਸਕਦੇ ਹੋ ਵੀ ਮਾਰਕੀਟ ਹੈ, ਇਹਨੂੰ ਛੋਟੇ ਮਾਲ ਦਾ ਨਾਂ ਜਿਹੜਾ ਦਿੱਤਾ ਜਾਂਦਾ ਹੈ। ਜੋ ਮੇਰੇ ਪੁੱਛਣ ਦੇ ਵਿੱਚ ਆਇਆ ਉਹ ਪਤਾ ਲੱਗਾ ਵੀ ਰੋਟੀ ਪਾਣੀ ਤੇ ਚੰਗਾ ਖਾਂਦੇ ਸੀ। ਜੇ ਉਹਨਾਂ ਕਿਸੇ ਤੋਂ ਕਰਜ਼ਾ ਲਿਆ ਤੇ ਕਿਹੜਾ ਬੰਦਾ ਹੈ, ਕਿੰਨੇ ਕਿਹਾ ਕਿ ਮੇਰੇ ਕੋਲੋਂ ਕਰਜ਼ਾ ਲਿਆ। ਪ੍ਰਾਈਵੇਟ ਜਿਹੜਾ ਕਰਜ਼ਾ ਦਿੰਦੇ ਨੇ ਉਹ 5-5, 10-10% ਤੇ ਦਿੰਦੇ ਨੇ, ਤੁਹਾਡੇ ਬਲੈਂਕ ਚੈੱਕ ਜਿਹੜੇ ਉਹ ਲੈ ਕੇ ਦਿੰਦੇ ਨੇ, ਕੋਈ ਵੀ ਸਾਹਮਣੇ ਨਹੀਂ ਆਇਆ। ਫਿਰ ਉਹਨਾਂ ਦੀ ਜਿਹੜਾ ਚਰਿੱਤਰ ਉਹਨਾਂ ਦਾ ਉਛਾਲਣ ਦੀ ਕੋਸ਼ਿਸ਼ ਕੀਤੀ ਗਈ, ਕਰੈਕਟਰ ਕਿ ਇਹ ਕ੍ਰਿਮੀਨਲ ਹੋਣਗੇ। ਮੈਂ ਪਰਿਵਾਰ ਕੋਲੋਂ ਬੜੀ ਡੂੰਘਾਈ ਨਾਲ ਪੁੱਛਿਆ ਕਿ ਬਹੁਤ ਸਮਾਂ ਪਹਿਲਾਂ ਮੇਰੇ ਤੇ ਵੀ 7-8 ਪਰਚੇ ਰਹੇ ਨੇ, ਉਹ ਪੋਲੀਟੀਕਲੀ ਨੇ, ਲੜਾਈ ਝਗੜੇ ਹੁੰਦੇ ਰਹੇ ਜ਼ਿੰਦਗੀ ਦੇ ਵਿੱਚ। ਉਹਨਾਂ ਦੇ ਉੱਤੇ ਵੀ ਕੋਈ 2011 ਦੇ ਵਿੱਚ ਕੋਈ ਪਰਚਾ ਦਰਜ ਹੋਇਆ ਸੀਗਾ, ਹਾਈ ਕੋਰਟ ਵੱਲੋਂ ਕੁਐਸ਼ ਹੋ ਗਏ। ਕੋਈ ਦੇਸ਼ ਦਾ ਪ੍ਰੋਸੈਸ ਹੈ ਯਾਰ, ਉਹਦੇ ਵਿੱਚ ਪ੍ਰਧਾਨ ਮੰਤਰੀ ਵੀ ਬਰੀ ਹੋਇਆ, ਉਹਦੇ ਵਿੱਚ ਦੇਸ਼ ਦਾ ਗ੍ਰਹਿ ਮੰਤਰੀ ਵੀ ਬਰੀ ਹੋਇਆ, ਆ ਬਹੁਤ ਵੱਡੇ ਪੋਲੀਟੀਸ਼ੀਅਨ ਵੀ ਉਹਦੇ ਵਿੱਚੋਂ ਬਰੀ ਹੁੰਦੇ ਨੇ, ਕੋਰਟਾਂ ਦਾ ਸਹਾਰਾ ਲੈਂਦੇ ਨੇ। ਹੋਰ ਇਹਨਾਂ ਕੋਈ UNO ਤੋਂ ਸਰਟੀਫਿਕੇਟ ਲੈ ਕੇ ਆਉਣਾ ਸੀਗਾ। ਕਿੱਥੇ ਮਾੜੇ ਕਰੈਕਟਰ ਦੇ ਸੀਗੇ, ਕਿਤੇ ਵੀ ਨਹੀਂ ਦੱਸਿਆ ਗਿਆ। ਬਾਰ-ਬਾਰ ਪਰਿਵਾਰ ਨੂੰ ਡਰਾਉਣ ਦੀ ਤੇ ਜਿਹੜਾ ਉਹਨਾਂ ਦਾ ਮਨੋਬਲ ਸੁੱਟਣ ਦੀ ਕੋਸ਼ਿਸ਼ ਕੀਤੀ ਗਈ। ਔਰ ਦੁੱਖ ਇਸ ਗੱਲ ਦਾ ਲੱਗਦਾ ਹੈ ਕਿ ਬਹੁਤ ਸਾਰੇ ਲੋਕਾਂ ਨੇ ਆਵਾਜ਼ ਚੁੱਕੀ। ਮੈਂ ਉਦੋਂ ਅਪੀਲ ਵੀ ਕੀਤੀ ਸਾਰਿਆਂ ਨੂੰ, ਮੈਂ ਹਰ ਬੰਦੇ ਨੂੰ ਕਹਿਣਾ ਚਾਹੁੰਦਾ, ਦੇਖੋ ਮੈਂ ਅਕਾਲੀ ਦਲ ਨੂੰ ਵੀ ਅਪੀਲ ਕੀਤੀ ਕਿ ਤੁਹਾਡਾ ਆਪਣਾ ਕਾਡਰ ਹੈ, ਕਾਂਗਰਸ ਨੂੰ ਵੀ ਅਪੀਲ ਕੀਤੀ। ਮੈਂ ਇਕੱਲਾ ਬੰਦਾ ਉੱਥੇ ਬੋਲਿਆ, ਮੇਰੇ ਤੋਂ ਬਾਅਦ ਪ੍ਰਤਾਪ ਬਾਜਵਾ ਆਉਂਦੇ ਨੇ, ਬਿਕਰਮ ਮਜੀਠੀਆ ਆਉਂਦੇ ਨੇ, ਰਾਜਾ ਵੜਿੰਗ ਆਉਂਦੇ ਨੇ ਉੱਥੇ, ਔਰ ਹੋਰ ਜਿਹੜੇ ਬਹੁਤ ਸਾਰੇ ਨੇਤਾ ਉਹਨਾਂ ਦੇ ਘਰ ਪਹੁੰਚਦੇ ਨੇ। ਮੈਂ ਇੱਕ ਗੱਲ ਦੀ ਸਾਰਿਆਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਵੈਰ, ਦੁਸ਼ਮਣੀਆਂ, ਮਤਭੇਦ ਇੱਕ ਅਲੱਗ ਚੀਜ਼ਾਂ ਹੋ ਸਕਦੀਆਂ, ਵਿਚਾਰਕ ਮਤਭੇਦ,
पर जदों किसी का साझा मुद्दा, जदों समाज दे विच एडे घिनौने काम हुंदे आ, मैं किसी तो भी गरेज नहीं करदा। मैं सारिआं नूं कहा सी उत्थे पहुंचो। अज उत्थे कैंडल मार्च किया गया परिवार वल्लों, और अकाली दल भी उत्थे उन्हां दा काडर जिहड़ा सारा आया सीगा, यूथ अकाली दल, क्योंकि लोकां लई मैनूं किसी अगे झोली भी अड्डनी पवे, भीख भी मंगनी पवे, तो मैं कदी उहदे तो गरेज नहीं किया। लोकां लई, अपने लिए नहीं, कि गैरत इतनी कि अपने लिए कभी किसी दर पर झुका नहीं, बेगैरत इतना हूं कि लोगों के लिए कोई दर छोड़ा नहीं। और सो सारिਆਂ ने आवाज़ बुलंद की, पर कोई भी सरकार दे कन्नां दे उत्ते ਜਾਂ ਜਿਹੜੇ ਜਲੰਧਰ ਦੇ ਕਮਿਸ਼ਨਰ ਆ ਉਹਨਾਂ ਦੇ ਕੰਨਾਂ ਦੇ ਉੱਤੇ ਕੋਈ ਜੂੰ ਨਹੀਂ ਸਰਕੀ, ਕਿਸੇ ਨੇ ਵੀ ਕੋਈ ਉਪਰਾਲਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਮੈਂ ਤੇ ਇਹ ਵੀ ਗੱਲ ਕਹੀ ਸੀ ਕਿ ਜੇ ਉਹ ਭਰਾ ਜੀਂਦੇ ਨੇ ਤੇ ਫਿਰ ਪਰਿਵਾਰ ਦੇ ਉੱਤੇ ਕਾਰਵਾਈ ਕਰ ਦਿਓ। ਅਸੀਂ ਤਾਂ ਤੁਹਾਡੇ ਕੋਲੋਂ ਮਾਫੀ ਵੀ ਮੰਗਾਂਗੇ ਜੇ ਸਾਡਾ ਕੋਈ ਕਸੂਰ ਨਿਕਲਿਆ, ਤੇ ਕਾਰਵਾਈ ਵੀ ਕਰ ਦਿਓ। ਅਸੀਂ ਝੂਠੇ ਸਾਬਤ ਹੋਣੇ ਚਾਹੀਦੇ, ਉਹ ਭਰਾ ਜੀਂਦੇ ਹੋਣੇ ਚਾਹੀਦੇ ਨੇ। ਰੋਜ਼ ਉਹਨਾਂ ਦਾ ਮਜ਼ਾਕ ਉਡਾਇਆ ਜਾਂਦਾ ਸੀ, ਔਰ ਅੱਜ ਪਤਾ ਲੱਗਾ ਕਿ ਗੋਂਦਵਾਲ ਇੱਥੇ ਤਲਵੰਡੀ ਜਿੱਥੋਂ ਦਰਿਆ ਵਗਦਾ ਉਹਦੇ ਵਿੱਚ ਅੱਜ ਇੱਕ ਡੈੱਡ ਬੋਡੀ ਮਿਲੀ ਹੈ, ਜਿਹਦੇ ਵਿੱਚ ਉਹ ਬੱਚਾ ਜਿਹੜਾ ਕੜਾ ਪਾਉਂਦਾ ਸੀਗਾ ਉਹ ਕੜਾ ਹੈ ਉਹਦੇ ਬੂਟਾਂ ਤੋਂ ਅਜੇ ਵੀਡੀਓ ਦੇ ਵਿੱਚ ਸ਼ਨਾਖਤ ਹੋ ਰਹੀ ਹੈ ਕਿ ਪਰਿਵਾਰ ਉੱਥੇ ਸ਼ਨਾਖਤ ਕਰਨ ਲਈ ਜਾ ਰਿਹਾ। ਮੈਂ ਫਿਰ ਕਹਿੰਦਾ कि ਇਹ ਲਾਸ਼ ਉਹਦੀ ਨਹੀਂ ਹੋਣੀ ਚਾਹੀਦੀ। ਉਹ ਪਰਿਵਾਰ ਖਤਮ ਹੋ ਗਿਆ। ਦੋ ਹੀ ਭਰਾ ਸੀਗੇ, ਛੋਟੇ ਛੋਟੇ ਉਹਨਾਂ ਦੇ ਬੱਚੇ ਆ, ਇੱਕ ਦੇ ਅਜੇ ਬੱਚਾ ਕੋਈ ਨਹੀਂ, ਉਹ ਮੈਰਿਡ ਹੈ। ਉਹ ਦੋ ਦੇ ਨਾਲ ਤੁਸੀਂ ਹੋਰ ਦੋ ਪਰਿਵਾਰ ਜਿਹੜੀਆਂ ਲੜਕੀਆਂ ਵਾਲੇ ਨੇ ਉਹ ਵੀ ਤਬਾਹ ਕੀਤੇ ਨੇ। ਸੋ ਜੇ ਉਹ ਡੈੱਡ ਬੋਡੀ ਉਹਦੀ ਨਿਕਲਦੀ ਆ ਤੇ ਹੁਣ ਤੱਕ ਕਾਰਵਾਈ क्यों नहीं की गई? जो उन्होंने उत्थे छाल मारी सीगी ते फिर SHO नूं बचाउण दी कोशिश क्यों की गई? मेरा सरकार नूं, जलंधर दे कमिश्नर नूं, पंजाब दे DGP नूं एक सवाल जरूर है कि जे वो बंदा एडा ही दागी सीगा, 5 वारी वो अगे सस्पेंड होया, फिर की मजबूरी बनती है कि इहो जे लोकां नूं थाणे देण दी, इहो जे लोकां नूं लोकां दे उत्ते राज करन दी, इहो जे लोकां दी तुसीं ड्यूटी ला दिंदे हो लोकां नूं इंसाफ देण लई। फिर की मजबूरी है? जां ते वो पैसे इकट्ठे करके दिंदे ने, जां करप्शन तुहानूं करके दिंदे ने दबकिਆਂ ਦੇ ਨਾਲ। जिन्ने वध दबका ते उन्ने वध पैसे। फिर होर दूजा कारण दसो कि पंजाब पुलिस दे विच होर कोई अफसर नहीं हैगे जिन्हां नूं SHO ला दित्ता जावे। सो ਉਹਨਾਂ ਦੀ ਅੱਜ 15-17 ਦਿਨ ਤੋਂ ਰਿਪੋर्ट ही नहीं लिखी गई। थाने ਦੇ ਵਿੱਚ कैमरे बंद कर दिते गए। ਇਹਦੀ मैं बकायदा ਇਹ ਕਿਹਾ ਸੀਗਾ ਕਿ ਜੇ ਪੰਜਾਬ ਪੁਲਿਸ ਜਾਂਚ ਨਹੀਂ ਕਰ ਸਕਦੀ ਤੇ ਇਹਦੀ ਜਾਂਚ CBI ਨੂੰ ਦੇਣੀ ਚਾਹੀਦੀ ਹੈ। ਪਰ ਮੈਨੂੰ ਪਤਾ ਲੱਗਾ ਕਿ DIG ਰੂਰਲ ਵਾਲਿਆਂ ਨੂੰ ਇਹਦੀ ਜਾਂਚ ਜਿਹੜੇ ਸਵਪਨ ਸ਼ਰਮਾ ਨੇ ਉਹਨਾਂ ਨੂੰ ਦਿੱਤੀ। ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਮੈਂ ਕਿਸੇ ਨੂੰ ਨਹੀਂ ਕਹਿੰਦਾ ਕਿ ਆਪਣੇ ਬੱਚਿਆਂ ਦੇ ਉੱਤੇ ਲੈ ਕੇ ਸੋਚੋ ਕਿ ਤੁਹਾਡੇ ਬੱਚਿਆਂ ਨਾਲ ਇਹ ਹਾਲ ਹੋਇਆ ਹੋਊਗਾ। ਮੈਂ ਆਪਣੇ ਬੱਚਿਆਂ ਤੇ ਲੈ ਕੇ ਸੋਚਦਾ ਕਿ ਜੇ ਇਹ ਕਿਸੇ ਦੇ ਨਾਲ ਇਹੋ ਜਿਹਾ ਕੋਈ ਕਾਰਾ ਹੋ ਜਾਂਦਾ ਤੇ ਉਸ ਬੰਦੇ ਤੇ ਕੀ ਬੀਤੂਗੀ, ਮੈਂ ਕੀ सोच रहा हूँगा। मतलब इन्हां चीज़ों नूं गौर फरमा के दी जांच जिहड़ी कीती जावे। ये नहीं हैगा कि जिथे किते कोई पुलिस वाला आ गया तो उन्होंने आपां बचाउण लई सारा ताम झाम ही ला दईए, सारी सरकार नूं गुमराह करना शुरू कर दईए। कल्ला परिवार नूं गुमराह नहीं किया गया। जो मेरे ध्यान दे विच आया, DGP पंजाब नूं भी गुमराह किया गया, जलंधर पुलिस वालों, कमिश्नर वालों, CM नूं भी मतलब ये गुमराह किया गया कि वो बच्चे जिहड़े वो जींदे होणगे। अज ते जे उहदी डैड बॉडी मिलदी है तो फिर किते किते ते कार्रवाई होनी चाहिए। की गल केवल कल्ले SHO ते होनी चाहिए है? सिर्फ पुलिस का बंदा सीगा और सारा ताम झाम लग गया। सारा जलंधर एक पासे है और पुलिस एक पासे है। फिर मैं ये लिए तो इहो गल कहूँगा कि हुआ अपहरण कानून का, पूरी जनता मौन, कोहरा थानेदार है, रपट लिखाएगा कौन? जिहड़ा दोषी थानेदार है फिर उहदे खिलाफ कार्रवाई किन्ने करनी है, किन्ने इहदे खिलाफ जिहड़ी लोकां नूं इंसाफ देना सीगा। सो मेरी भगवंत मान होणां नूं भी अपील है कि देखो जिथे किते विरोधी मुद्दा चुकते हैं, जरूरी नहीं कि उहदे तो आपां कंन ही परे कर लीए। उस मुद्दे का तुसी निचोड़ देखो की है, जो सही है तो तुहानूं किसी गालां कड्ढण वाले ने भी मुद्दा चुक्या तो उहदे उत्ते गौर जिहड़ा जरूर फरमाउणा चाहीदा। इहदे नाल लोक जुड़े आ, इहदे नाल लोकां दा इंसाफ जुड़िया, इहदे नाल लोक तुहाडे उत्ते विश्वास करनगे। नहीं तो तुहाडा विश्वास मुद्दा ते हर पॉलिटिशियन ने चुकना, जिथे किते भी होऊगा तुहाडे विरोधियां ने चुकना ही चुकना। पर उहदा मतलब ये नहीं कि जिथे तुहाडे विरोधी चल गया तो उत्थे गौर ही ना फरमाया जावे, उहदे उत्ते ध्यान ही ना दिता जावे। मैं फिर कहना विरोधी दे कहण ते भी काम करोगे ते लोग तुहाडी होर वध इज्जत करनगे कि जे कोई नूं गालां कड्ढण वाला भी मुद्दा चुकदा। पर सरकार जिहड़ा ध्यान दिंदी है, CM उहदे उत्ते ध्यान दिंदा। और मैं ये तुहानूं फिर खीर च अपील करदा CM साहब कि जरूर गौर फरमायो। किसी ने भी उन्हां दी बात नहीं पुछी, ना कोई तुहाडा MLA गया, ना कोई तुहाडा उत्थे मंत्री गया कि एक परिवार दे 2 जी गए होण ते उन्हां दी बात ही ना पुछी जावे, उन्हां नूं पुछिया ही ना जावे। हाँ, कमिश्नर वल्लों DCP नूं बार-बार उन्हां नूं मिलाया जांदा रहा कि इस मुद्दे दे उत्ते बच्चे तुहाडे जींदे ने। उन्हां दे मन दे विच, बाकी लोकां दे भी, साडे लोकां दे मन दे विच भी इह पाउण दी कोशिश कीती गई भी इह बच्चे जींदे ने, इन्हां दे उत्ते मतलब इह एडी राजनीति करन दी लोड़ नहीं। ਉਹ DCP बारे ਜਾਂ ਜਲੰਧਰ ਦੀ ਪੁਲਿਸ बारे मैं 2 ਲੈਣਾ ਜ਼ਰੂਰ
ਜ਼ਰੂਰ ਕਹੂੰਗਾ ਕਿ ਤੁਹਾਡੇ ਹੱਥੋਂ ਹੀ ਜੁਰਮ ਹੋਇਆ ਹੋਵੇ, ਤੁਸੀਂ ਉਹ ਬੱਚੇ ਜਿਹੜੇ ਮਰਨ ਲਈ ਮਜਬੂਰ ਕੀਤੇ ਹੋਣ ਔਰ ਤੁਸੀਂ ਉਹਨਾਂ ਲੋਕਾਂ ਨੂੰ ਦਿਲਾਸੇ ਦੇ ਰਹੇ ਹੋ ਕਿ ਜ਼ਖਮ ਦੇने का अंदाज कुछ ऐसा है, जख्म दे के पूछते हैं हाल कैसा है, किसी एक से गिला क्या करना, सारी दुनिया का मिजाज एक जैसा है। ਅਖੀਰ ਦੇ ਵਿੱਚ ਮੈਂ ਜਲੰਧਰ ਵਾਸੀਆਂ ਨੂੰ ਵੀ ਅਪੀਲ ਕਰਦਾ ਕਿ ਮੁੱਦਾ 4-5 ਦਿਨ ਤੋਂ ਬਹੁਤ ਭਾਕਿਆ। ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਔਰ ਸਾਰੇ ਪੋਲੀਟੀਸ਼ੀਅਨ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਮੈਂ ਸਾਰਿਆਂ ਨੂੰ ਕਹਿੰਦਾ, ਮੈਂ ਤੁਹਾਡੇ ਕੋਲੋਂ ਝੋਲੀ ਅੱਡ ਕੇ ਭੀਖ ਮੰਗਦਾ ਕਿ ਇਹੋ ਜਿਹੇ ਮੁੱਦਿਆਂ ਦੇ ਉੱਤੇ ਗੌਰ ਜ਼ਰੂਰ ਕਰਿਆ ਕਰੋ, ਇਹੋ ਜਿਹੇ ਮੁੱਦਿਆਂ ਦੇ ਉੱਤੇ ਕਾਰਵਾਈ ਜ਼ਰੂਰ ਕਰਿਆ ਕਰੋ। ਮੈਂ ਲੋਕਾਂ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਕਿ ਅਸਲ ਦੇ ਵਿੱਚ ਪ੍ਰਸ਼ਾਸਨ ਦਾ ਰੁਖ ਹੀ ਹੁੰਦਾ। ਮੇਰੀ ਵੀ 20-25 ਸਾਲ ਇਹ ਸਿਆਸੀ ਜਿਹੜਾ ਮੈਨੂੰ ਇਹਨਾਂ ਲੋਕਾਂ ਦੇ ਵਿੱਚ ਹੋ ਗਏ ਕਿ ਪਹਿਲੇ ਦਿਨ ਉੱਥੇ ਲੋਕ ਇਕੱਠੇ ਹੁੰਦੇ ਨੇ 400-500, ਅਗਲੇ ਦਿਨ ਹੋ ਜਾਂਦੇ 300, ਫਿਰ ਹੌਲੀ ਹੌਲੀ ਹੋ ਜਾਂਦੇ 30। ਇਹੋ ਚੀਜ਼ਾਂ ਹੀ ਪੁਲਿਸ ਡੀਕਦੀ ਹੁੰਦੀ ਆ ਤੇ ਇਹੋ ਚੀਜ਼ਾਂ ਹੀ ਪ੍ਰਸ਼ਾਸਨ ਤੇ ਸਰਕਾਰ ਡੀਕਦੀ ਹੁੰਦੀ ਆ ਕਿ ਲੋਕਾਂ ਦਾ ਪ੍ਰੈਸ਼ਰ ਬਹੁਤ ਹੁੰਦਾ। ਜਦੋਂ ਇਕੱਠ ਘੱਟ ਹੋਣਾ ਸ਼ੁਰੂ ਹੋ ਜਾਏ ਤੇ ਆਪਣੇ ਆਪ ਹੀ ਲੋਕ ਉਸ ਮੁੱਦੇ ਨੂੰ ਭੁੱਲ ਜਾਂਦੇ ਨੇ। ਸੋ ਮੇਰੀ ਬੇਨਤੀ ਹੈ ਕਿ ਕਿਸੇ ਨੂੰ ਵੀ ਇਸ ਤਰੀਕੇ ਭੁਲਾਇਆ ਨਾ ਜਾਵੇ। ਅੱਜ ਜੋ ਉਸ ਪਰਿਵਾਰ ਨਾਲ ਵਧੀਕੀ ਹੋਈ ਹੈ, ਉਹਨਾਂ ਦੇ 2 ਬੱਚੇ ਗਏ ਨੇ ਤੇ ਕੱਲ ਨੂੰ ਕਿਸੇ ਨਾਲ ਵੀ ਇਹ ਹਾਦਸਾ ਵਾਪਰ ਸਕਦਾ, ਫਿਰ ਤੁਹਾਡੇ ਨਾਲ ਵੀ ਕਿਸੇ ਨੇ ਨਹੀਂ ਖਲੋਣਾ। ਪੁਲਿਸ ਨੇ ਉਹਨਾਂ ਦਾ ਰੱਜ ਕੇ ਮਜ਼ਾਕ ਬਣਾਇਆ। ਇੱਕ ਗੱਲ ਮੈਂ ਹੋਰ ਦੱਸ ਦਿਆਂ, 90-95 ਸਾਲ ਦੇ ਉਹਨਾਂ ਦੇ ਦਾਦਾ ਜੀ ਨੇ, ਉਹਨਾਂ ਨੂੰ ਅਜੇ ਤੱਕ ਦੱਸਿਆ ਹੀ ਨਹੀਂ ਗਿਆ ਕਿ ਤੁਹਾਡੇ 2 ਬੱਚਿਆਂ ਨੇ ਦਰਿਆ 'ਚ ਛਾਲ ਮਾਰੀ ਹੈ। ਉਹ ਅਜੇ ਵੀ ਸੋਚਦੇ ਨੇ ਕਿ ਸਾਡੇ ਘਰ ਆ ਜਿਹੜੇ ਨੇ ਉਹ ਵਾਪਸ ਆ ਜਾਣੇ ਨੇ ਔਰ ਪੁਲਿਸ ਬਹਾਨੇ ਕੀ ਬਣਾਉਂਦੀ ਆ, ਉਹ ਕਿਸੇ ਨੂੰ ਫੋਨ ਦੇ ਉੱਤੇ ਕਹਿ ਰਹੇ, ਉਹਨਾਂ ਨੂੰ ਕੋਈ ਪੁੱਛ ਰਿਹਾ, ਸ਼ਾਇਦ ਕੋਈ ਪੁਲਿਸ ਦੀ ਸਾਜ਼ਿਸ਼ ਹੋਵੇ ਕਿ ਤੁਹਾਡੇ ਬੱਚੇ ਕਿੱਥੇ ਨੇ, ਤੁਹਾਡੇ ਪੋਤਰੇ ਕਿੱਥੇ ਨੇ, ਤੇ ਉਹ ਅੱਗੋਂ ਕਹਿ ਰਹੇ ਕਿ ਆ ਜਾਣਗੇ ਘਰ ਥੋੜੇ ਦਿਨਾਂ ਦੇ ਵਿੱਚ ਵਾਪਸ। ਔਰ ਉਹਨੂੰ ਹੀ ਪਲੀ ਬਣਾ ਲਿਆ ਕਿ ਯਾਰ ਦਾਦਾ ਉਹਦਾ ਕਹਿ ਰਿਹਾ ਬੱਚੇ ਆਪਣੇ ਆਪ ਹੀ ਕਿਤੇ ਗਾਇਬ ਹੋਏ ਹੋਣਗੇ। ਉਸ ਦਾਦੇ ਨੂੰ ਦੱਸਿਆ ਹੀ ਨਹੀਂ ਗਿਆ। ਤੇ ਜੇ ਤੁਹਾਨੂੰ ਲੱਗਦਾ ਵੀ ਉਹ ਬੱਚੇ ਟਰੇਸ ਹੋ ਸਕਦੇ ਸੀ ਫੋਨ ਤੋਂ, ਤੇ ਫਿਰ ਪੁਲਿਸ ਕੋਲ ਕਾਹਦੀ ਟੈਕਨੋਲੋਜੀ ਹੈ? ਕੱਲ ਨੂੰ ਕੋ ਦਰਿਆ 'ਚੋਂ ਪਾਕਿਸਤਾਨ ਤੋਂ ਜਿੱਦਾਂ ਸਮੁੰਦਰ ਦੇ ਵਿੱਚ ਉੱਥੇ ਉਹ ਕਸਾਬ ਹੋਣੀ ਆ ਗਏ ਸੀ, ਫਿਰ ਕੋਈ ਆ ਕੇ ਤੇ ਹਮਲਾ ਕਰ ਦੂਗਾ, ਫਿਰ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕਰੂਗਾ, ਤੇ ਉੱਥੇ ਤੁਸੀਂ ਕੀ ਕਰੋਗੇ ਜੇ ਤੁਹਾਡੇ ਕੋਲ 2 ਬੱਚੇ ਲੱਭੇ ਹੀ ਨਹੀਂ ਜਾ ਰਹੇ ਜੀਂਦੇ ਜਾਂ ਮੁਰਦਾ? ਸੋ ਲੋਕਾਂ ਦਾ ਮਜ਼ਾਕ ਨਾ ਡਾਇਆ ਕਰੋ। ਲੋਕ ਬੜੇ ਜਾਗਰੂਕ ਨੇ, ਲੋਕਾਂ ਨੂੰ ਸਲਾਹਾਂ ਦੇਣ ਵਾਲੇ ਵੀ ਬੜੇ ਨੇ, ਲੋਕਾਂ ਦੇ ਉੱਤੇ ਮਤਲਬ ਲੋਕਾਂ ਦੇ ਨਾਲ ਖਲੋਣ ਵਾਲੇ ਲੋਕ ਵੀ ਬੜੇ ਨੇ। ਸੋ ਇਸ ਪਰਿਵਾਰ ਨੂੰ ਇਨਸਾਫ ਜਿਹੜਾ ਮਿਲਣਾ ਚਾਹੀਦਾ। ਮੈਂ ਅਖੀਰ ਦੇ ਵਿੱਚ ਮੇਰਾ ਕੋ ਮਕਸਦ ਤੁਹਾਨੂੰ ਕੋਸਣਾ ਨਹੀਂ ਸਰਕਾਰ ਨੂੰ, ਮੈਂ ਕੋ ਆਪੋਜੀਸ਼ਨ ਦਾ ਹਿੱਸਾ ਨਹੀਂ ਹੈਗਾ। ਮੈਂ ਤੁਹਾਨੂੰ ਵੀ ਕਹੂੰਗਾ ਸੀਐਮ ਸਾਹਿਬ ਵੀ ਆਪਣੇ ਕਿਸੇ ਮੰਤਰੀ ਦੀ ਵੀ ਡਿਊਟੀ ਲਾਈ ਜਾਵੇ, ਇਹਨਾਂ ਦੇ ਪਰਿਵਾਰ ਦੇ ਵਿੱਚ ਹੋ ਕੇ ਜਾਣ ਔਰ ਇਸ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ। ਜੇ ਉਹ ਐਸਐਚਓ ਮਾੜਾ ਜਾਂ ਜਿਹੜੇ ਅਫਸਰ ਨੇ ਵੀ ਉਹਨੂੰ ਸ਼ੈਲਟਰ ਕੀਤਾ, ਚਾਹੇ ਉਹ ਡੀਸੀਪੀ ਆ, ਚਾਹੇ ਉਹ ਡੀਐਸਪੀ ਆ, ਚਾਹੇ ਉਹ ਕਮਿਸ਼ਨਰ ਹੈ, ਚਾਹੇ ਉਹ ਕਿਸੇ ਲੈਵਲ ਦਾ ਵੀ ਆ, ਉਹਨੂੰ ਵੀ ਨਾਲ ਉਨੀ ਸਜ਼ਾ ਦਿੱਤੀ ਜਾਵੇ ਜਿਹੜੇ 17 ਦਿਨ ਤੋਂ ਅੱਜ 18 ਦਿਨ ਤੋਂ ਖੱਜਲ ਹੋ ਰਹੇ ਆ। ਸੋ ਅੱਜ ਜਲੰਧਰ ਦੇ ਵਿੱਚ ਬਹੁਤ ਵੱਡਾ ਜਿਹੜਾ ਕੈਂਡਲ ਮਾਰਚ ਨਿਕਲਿਆ। ਮੈਂ ਲੋਕਾਂ ਨੂੰ ਫਿਰ ਕਹੂੰਗਾ ਕਿ ਇਸ ਮੁੱਦੇ ਨੂੰ ਇੰਨੀ ਛੇਤੀ ਖਤਮ ਨਾ ਕੀਤਾ ਜਾਵੇ ਜਿੰਨਾ ਚਿਰ ਇਹਨੂੰ ਅੰਜਾਮ ਤੱਕ ਨਾ ਪਹੁੰਚਾਇਆ ਜਾਵੇ। ਧੰਨਵਾਦ।